हाँ जी बेटा, ਆਪਾਂ ਸਟੈਟਿਕ ਦਾ ਫਸਟ ਚੈਪਟਰ ਕਰਦੇ ਹਾਂ। ਸਭ ਤੋਂ ਪਹਿਲਾਂ ਕੁਝ ਡੈਫੀਨੇਸ਼ਨਸ ਦਿੱਤੀਆਂ ਨੇ ਆਪਾਂ ਨੂੰ। ਬੋਡੀ ਕਿਸ ਨੂੰ ਕਿਹਾ ਜਾਂਦਾ ਗਾ? ਇਟ ਇਜ਼ ਡਿਫਾਈਨ ਐਜ਼ ਅ ਪੋਰਸ਼ਨ ਆਫ ਮੈਟਰ ਆਕੂਪਾਈਂਗ ਅ ਫਨਾਈਟ ਸਪੇਸ। ਮਤਲਬ ਕੀ ਆ, ਕਿਸੇ ਪਰਟੀਕੂਲਰ ਜਗ੍ਹਾ ਨੇ ਜੋ ਇੱਕ ਫਨਾਈਟ ਸਪੇਸ ਦੇ ਵਿੱਚ ਜਗ੍ਹਾ ਘੇਰੀ ਹੋਈ ਆ, ਜੋ ਉਸ ਦੇ ਆਸ-ਪਾਸ ਵਾਲੀ ਸਾਈਡ ਆ, ਉਹਨੂੰ ਕੀ ਕਹਾਂਗੇ ਆਪਾਂ? ਬੋਡੀ। ਪਾਰਟੀਕਲ ਆਪਣੇ ਕੋਲੇ ਕੀ ਹੋਊਗਾ? ਆ ਪਾਰਟੀਕਲ ਇਜ਼ ਅ ਬੋਡੀ ਆਫ ਇਨਫਿਨਾਈਟਲੀ ਸਮਾਲ ਡਾਇਮੈਂਸ਼ਨ। ਮਤਲਬ ਜਿਹਦੀ ਬੱਚੇ ਇਨਫਿਨਾਈਟ ਸਮੋਲ ਡਾਇਮੈਂਸ਼ਨ ਹੋਊਗੀ। ਮਤਲਬ ਇਨਫਿਨਾਈਟ ਜੋ ਇਸ ਦਾ ਐਂਡ ਨਹੀਂ ਹੋ ਸਕਦਾ ਗਾ, ਸਮੋਲ ਡਾਇਮੈਂਸ਼ਨ ਹੋਊਗੀ, ਉਹ ਕੀ ਹੋਊਗਾ ਆਪਣੇ ਕੋਲੇ? ਪਾਰਟੀਕਲ। ਜਿੱਦਾਂ ਆ ਪਾਰਟੀਕਲ ਹੈਜ਼ ਨੋ ਲੈਂਥ, ਮਤਲਬ ਪਾਰਟੀਕਲ ਦੀ ਕੋਈ ਲੈਂਥ ਨਹੀਂ ਹੋਊਗੀ। ਨੋ ਵੈਰਥ, ਉਹਦੀ ਕੋਈ ਵੈਰਥ ਨਹੀਂ ਹੋਊਗੀ। ਨੋ ਥਿਕਨੈਸ, ਦੈਟ ਇਜ਼ ਕਾਲਡ ਪਾਰਟੀਕਲ। ਫੋਰਸ ਕੀ ਹੋਊਗੀ ਆਪਣੇ ਕੋਲੇ? ਫੋਰਸ ਕੀ ਆ ਬੇਟੇ? ਜਦੋਂ ਆਪਾਂ ਕਿਸੇ ਚੀਜ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਧਕੇਲਣ ਲਈ ਜੋ ਵੀ ਆਪਾਂ ਆਪਣੀ ਬਲ ਲਗਾਉਂਦੇ ਹਾਂ, ਸ਼ਕਤੀ ਲਗਾਉਂਦੇ ਹਾਂ, ਉਹਨੂੰ ਕੀ ਕਿਹਾ ਜਾਂਦਾ? ਫੋਰਸ। ਜਿੱਦਾਂ ਇੱਥੇ ਦੱਸਿਆ ਹੋਇਆ ਆਪਾਂ ਨੂੰ, ਇਟ ਇਜ਼ ਐਨ ਐਕਸ਼ਨ ਵਿਚ ਚੇਂਜ ਔਰ ਟੈਂਡ ਟੂ ਚੇਂਜ ਆਫ ਬੋਡੀ ਸਟੇਟ ਆਫ ਰੈਸਟ ਆਫ ਯੂਨੀਫਾਰਮ ਮੋਸ਼ਨ ਇਨ ਸਟੇਟ ਲਾਈਨ। ਮਤਲਬ ਕੀ ਆ, ਕਿਸੇ ਬੋਡੀ ਨੂੰ ਸਟੇਟ ਆਫ ਰੈਸਟ 'ਚੋਂ ਚੇਂਜ ਕਰਨਾ ਜਾਂ ਫਿਰ ਮੋਸ਼ਨ ਦੇ ਵਿੱਚ ਲੈ ਕੇ ਆਉਣ ਲਈ ਜੋ ਵੀ ਆਪਾਂ ਸ਼ਕਤੀ ਯੂਜ਼ ਕੀਤੀ, ਉਹ ਕੀ ਹੋਊਗੀ ਆਪਣੇ ਕੋਲੇ? ਫੋਰਸ। ਰਿਜਿਡ ਬੋਡੀ ਕੀ ਆ ਆਪਣੇ ਕੋਲੇ? ਰਿਜਿਡ ਬੋਡੀ ਬੇਟਾ ਆਪਣੇ ਕੋਲੇ ਡਿਫਰੈਂਸ ਹੋਊਗਾ ਬਿਟਵੀਨ ਟੂ ਪਾਰਟੀਕਲ ਦਾ। ਮਤਲਬ ਟੂ ਪਾਰਟੀਕਲ ਦੇ ਵਿੱਚ ਜੋ ਵੀ ਆਪਣੇ ਕੋਲੇ ਡਿਸਟੈਂਸ ਆਊਗਾ, ਉਹਨੂੰ ਕੀ ਕਹਾਂਗੇ ਆਪਾਂ? ਰਿਜਿਡ ਬੋਡੀ। ਡੀਫਾਰਮਲ ਬੋਡੀ ਕੀ ਹੋਊਗੀ ਆਪਣੇ ਕੋਲੇ? ਆ ਬੋਡੀ ਵਿੱਚ ਚੇਂਜ ਇਟਸ ਸ਼ੇਪ ਔਰ ਸਾਈਜ਼। ਮਤਲਬ ਜਿਹੜੀ ਬੋਡੀ ਕੀ ਆ ਬੇਟਾ ਆਪਣਾ ਸ਼ੇਪ ਜਾਂ ਫਿਰ ਸਾਈਜ਼ ਚੇਂਜ ਕਰ ਲੇ ਅੰਡਰ ਦਾ ਐਕਸ਼ਨ ਆਫ ਐਕਸਟਰਨਲ ਫੋਰਸ ਦੇ ਅੰਦਰ, ਉਹਨੂੰ ਕੀ ਕਹਾਂਗੇ ਆਪਾਂ? ਡੀਫਾਰਮਲ ਬੋਡੀ। ਇਕੁਇਲੀਬਰੀਅਮ ਦੇ ਵਿੱਚ ਬੋਡੀ ਨੂੰ ਕਦੋਂ ਕਹਾਂਗੇ? ਜਦੋਂ ਇਫ ਐਂਡ ਓਨਲੀ ਇਫ ਆਈਦਰ ਐਟ ਰੈਸਟ, ਜਾਂ ਤਾਂ ਬੋਡੀ ਕੀ ਆ ਰੈਸਟ ਦੇ ਉੱਪਰ ਪਈ ਹੋਣੀ ਚਾਹੀਦੀ ਆ, ਜਾਂ ਫਿਰ ਯੂਨੀਫਾਰਮ ਮੋਸ਼ਨ ਦੇ ਵਿੱਚ। ਮੈਕੈਨਿਜ਼ਮ ਕੀ ਹੋਊਗਾ ਆਪਣੇ ਕੋਲੇ ਬੱਚਾ? ਇਹਦੇ ਵਿੱਚ ਕੀ ਆ, ਆਪਾਂ ਨੂੰ ਮੈਕੈਨਿਜ਼ਮ ਦੋ ਸਬਜੈਕਟ ਬਾਰੇ ਦੱਸਦਾ, ਜਿੱਦਾਂ ਡਾਇਨਾਮਿਕ ਅਤੇ ਸਟੈਟਿਕ। ਡਾਇਨਾਮਿਕ ਕਿੰਨਾ ਬੋਡੀਜ਼ ਬਾਰੇ ਦੱਸੂਗਾ? ਜੋ ਸੋਲਡ ਹੋਣਗੀਆਂ, ਸਖਤ ਬੋਡੀਜ਼ ਹੋਣਗੀਆਂ। ਉਸੇ ਤਰ੍ਹਾਂ ਮੈਕੈਨਿਜ਼ਮ ਕੀ ਦੱਸੂਗਾ ਆਪਾਂ ਨੂੰ? ਸਟੈਟਿਕ ਕੀ ਦੱਸੂਗਾ ਆਪਾਂ ਨੂੰ? ਵਿਚ ਡੀਲ ਵਿਦ ਸੋਲਡ ਬੋਡੀ ਇਨ ਇਕੁਇਲੀਬਰੀਅਮ ਇਜ਼ ਕਾਲਡ ਸਟੈਟਿਕ। ਵੈਲੋਸਿਟੀ ਕੀ ਹੋਊਗੀ ਆਪਣੇ ਕੋਲ? ਇਟ ਇਜ਼ ਅ ਰੇਟ ਆਫ ਚੇਂਜ ਆਫ ਡਿਸਟੈਂਸ ਵਿਦ ਰਿਸਪੈਕਟ ਟੂ ਟਾਈਮ। ਮਤਲਬ ਟਾਈਮ ਦੇ ਰਿਸਪੈਕਟ ਜੋ ਵੀ ਆ ਡਿਸਟੈਂਸ ਦੇ ਵਿੱਚ ਚੇਂਜ ਆਇਆ, ਉਹਨੂੰ ਕੀ ਕਹਾਂਗੇ ਆਪਾਂ? ਵੈਲੋਸਿਟੀ। ਐਸਲੇਸ਼ਨ ਕੀ ਹੋਊਗਾ ਆਪਣੇ ਕੋਲ? ਇਟ ਇਜ਼ ਦਾ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ। ਨੈਕਸਟ, ਫੋਰਸ ਨੂੰ ਆਪਾਂ ਕਿੱਦਾਂ ਰੀਪ੍ਰਜੈਂਟ ਕਰ ਸਕਦੇ ਹਾਂ? ਇਹਦੇ ਮੈਗਨੀਟਿਊਡ ਦੇ ਵਿੱਚ, ਮਤਲਬ ਇਸ ਦਾ ਸਾਈਜ਼ ਕਿੰਨਾ ਹੋਊਗਾ, ਇਸ ਡਾਇਰੈਕਸ਼ਨ ਦੇ ਵਿੱਚ, ਇਸ ਪੁਆਇੰਟ ਆਫ ਐਪਲੀਕੇਸ਼ਨ। ਮਤਲਬ ਕੀ ਆ, ਜਿਸ ਦੇ ਉੱਪਰ ਆਪਣੀ ਪੁਆਇੰਟ ਦੇ ਉੱਪਰ ਫੋਰਸ ਐਕਟ ਕਰ ਰਹੀ ਹੋਊਗੀ। ਇਕੁਇਲੀਬਰੀਅਮ ਉਹੀ ਫੇਰ ਆ ਗਿਆ ਆਪਣੇ ਕੋਲ। ਕਿਦੋਂ ਕਹਾਂਗੇ ਇਕੁਇਲੀਬਰੀਅਮ ਦੇ ਵਿੱਚ ਬੋਡੀ ਨੂੰ? ਜਾਂ ਤਾਂ ਬੋਡੀ ਆਪਣੀ ਕੀ ਆ ਬੱਚੇ ਸਟੇਟ ਆਫ ਰੈਸਟ 'ਤੇ ਪਈ ਹੋਣੀ ਚਾਹੀਦੀ ਹੈ, ਜਾਂ ਫਿਰ ਯੂਨੀਫਾਰਮ ਮੋਸ਼ਨ ਦੇ ਵਿੱਚ ਹੋਣੀ ਚਾਹੀਦੀ ਆ। ਇਕੁਅਲ ਕਦੋਂ ਕਹਾਂਗੇ ਟੂ ਫੋਰਸ ਨੂੰ? ਜਦੋਂ ਉਹ ਮੈਗਨੀਟਿਊਡ ਦੇ ਵਿੱਚ ਇਕੁਅਲ ਹੋਣ, ਐਕਟ ਕਰ ਰਹੀਆਂ ਹੋਣ ਸੇਮ ਲਾਈਨ 'ਤੇ ਦੋਨਾਂ ਦੀਆਂ ਡਾਇਰੈਕਸ਼ਨ ਕੀ ਹੋਣ? ਓਪੋਜ਼ਿਟ। ਨੈਕਸਟ, ਕਲਾਸੀਫਿਕੇਸ਼ਨ ਕਿੱਦਾਂ ਕਰ ਸਕਦੇ ਹਾਂ ਫੋਰਸ ਦੀ? ਐਕਸ਼ਨ ਐਂਡ ਰਿਐਕਸ਼ਨ। ਐਕਸ਼ਨ ਕਦੋਂ ਕਹਾਂਗੇ ਆਪਾਂ? ਵੈਨ ਟੂ ਬੋਡੀ ਆਰ ਇਨ ਕਨੈਕਟ ਵਿਦ ਈਚ ਅਦਰ। ਕਹਿੰਦੇ ਜਦੋਂ ਟੂ ਬੋਡੀ ਆ ਕਨੈਕਟ ਦੇ ਵਿੱਚ ਆਈਆਂ ਈਚ ਅਦਰ, ਈਚ ਐਕਸਟੈਂਡ ਆ ਫੋਰਸ ਔਨ ਦਾ ਅਦਰ। ਈਚ ਨੇ ਕੀ ਆ ਕਹਿੰਦੇ ਐਕਸਟੈਂਡ ਕੀਤੀ ਫੋਰਸ ਅਦਰ ਦੇ ਉੱਪਰ। ਇਫ ਦਾ ਫੋਰਸ ਐਕਸਟੈਂਡਡ ਬਾਏ ਵਨ, ਜੇ ਕਹਿੰਦੇ ਇੱਕ ਬੋਡੀ ਹੀ ਫੋਰਸ ਲਗਾ ਰਹੀ ਆ, ਉਹ ਕੀ ਆ? ਰਿਐਕਸ਼ਨ। ਅਦਰਵਾਈਜ਼ ਜੇ ਦੂਸਰੀ ਬੋਡੀ ਨੇ ਫੋਰਸ ਲਗਾਈ, ਉਹ ਕੀ ਹੋਊਗਾ ਉਸਦਾ? ਰਿਐਕਸ਼ਨ। ਨੈਕਸਟ, ਟੈਂਸ਼ਨ ਔਰ ਥਰਸਟ ਕੀ ਹੋਊਗਾ? ਕੋਈ ਆਪਾਂ ਸਟਰਿੰਗ ਯੂਜ਼ ਕਰ ਰਹੇ ਹਾਂ ਵੇਟ ਨੂੰ ਸਪੋਰਟ ਕਰਨ ਦੇ ਲਈ, ਮਤਲਬ ਵੇਟ ਲਟਕਾਉਣ ਦੇ ਲਈ ਆਪਾਂ ਕੋਈ ਸਟਰਿੰਗ ਯੂਜ਼ ਕੀਤੀ, ਉਹਦੇ ਉੱਪਰ ਜੋ ਵੀ ਫੋਰਸ ਲੱਗ ਰਹੀ ਆ, ਉਹ ਸਟਰਿੰਗ ਜੋ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਆ, ਉਹ ਕੀ ਹੋਊਗੀ? ਉਹਦੀ ਟੈਂਸ਼ਨ। ਜਿੱਦਾਂ ਇਹਦੇ ਵਿੱਚ ਪੜ੍ਹੋ, ਵੈਨ ਅ ਸਟਰਿੰਗ ਇਜ਼ ਯੂਜ਼ ਟੂ ਸਪੋਰਟ ਅ ਵੇਟ ਔਰ ਡਰੈਗ ਅ ਬੋਡੀ, ਦੇਅਰ ਇਜ਼ ਅ ਫੋਰਸ ਕਮਿਊਨੀਕੇਟਰ ਟੂ ਦਾ ਬੋਡੀ ਥਾਊਟ ਦਾ ਸਟਰਿੰਗ। ਕਹਿੰਦੇ ਸਟਰਿੰਗ ਦੇ ਉੱਪਰ ਫੋਰਸ ਲੱਗੀ, ਸੱਚ ਆ ਫੋਰਸ ਐਕਸਟੈਂਡਡ ਬਾਏ ਦਾ ਸਟਰਿੰਗ ਇਜ਼ ਕਾਲਡ ਟੈਂਸ਼ਨ। ਨੈਕਸਟ,
ਅਟਰੈਕਸ਼ਨ ਐਂਡ ਰੈਪੂਲੇਸ਼ਨ ਕੀ ਹੋਊਗਾ? ਅਟਰੈਕਸ਼ਨ ਜਿੱਦਾਂ ਸਿੱਧਾ ਸਿੰਪਲ ਲੈਂਗੁਏਜ ਦੇ ਵਿੱਚ ਕੀ ਹੈ, ਕਿਸੇ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰਨਾ, ਉਹ ਕੀ ਹੋਊਗਾ? ਅਟਰੈਕਸ਼ਨ। ਉਸੇ ਤਰ੍ਹਾਂ ਫੋਰਸ ਦੇ ਵਿੱਚ ਅਟਰੈਕਸ਼ਨ ਕੀ ਹੋਊਗਾ? ਕਹਿੰਦੇ ਵਿਦਆਊਟ ਐਨੀ ਵਿਜ਼ੀਬਲ ਮੀਡੀਅਮ ਤੋਂ ਬਿਨਾਂ ਟਰਾਂਸਮਿਸ਼ਨ ਦੇ ਕੋਈ ਵੀ ਫੋਰਸ ਨੇ ਦੂਸਰੀ ਨੂੰ ਆਪਣੇ ਵੱਲ ਅਟਰੈਕਟ ਕੀਤਾ, ਉਹ ਕੀ ਆ? ਉਹਦਾ ਅਟਰੈਕਸ਼ਨ। ਅਦਰਵਾਈਜ਼ ਜੇ ਉਸ ਨੇ ਆਪਣੇ ਵੱਲੋਂ ਦੂਰ ਕੀਤਾ ਉਹਨੂੰ, ਉਹ ਕੀ ਹੋਊਗੀ ਆਪਣੇ ਕੋਲੇ? ਰੈਪੂਲੇਸ਼ਨ। ਨੈਕਸਟ ਹੁਕਰਸ ਲਾ ਕੀ ਹੋਊਗਾ ਆਪਣੇ ਕੋਲ? ਜਿੱਦਾਂ ਆਪਾਂ ਨੂੰ T = ਦਿੱਤਾ ਹੋਇਆ λ/E/L, ਮਤਲਬ ਕੀ ਆ? ਆਪਾਂ ਕੋਈ ਵੀ ਜਦੋਂ ਸਟਰਿੰਗ ਦੀ ਲੈਂਥ ਪਤਾ ਕਰਨੀ ਹੈ ਜਾਂ ਫਿਰ ਇਹਦੇ ਵਿੱਚ ਰਿਲੇਸ਼ਨ ਪਤਾ ਕਰਨਾ ਗਾ, ਉਹਦੇ ਲਈ ਜੋ ਲਾ ਆਪਾਂ ਯੂਜ਼ ਕਰਾਂਗੇ ਉਹ ਕੀ, ਉਸ ਨੂੰ ਕੀ ਕਹਾਂਗੇ? ਹੁਕਸ ਲਾ। ਨੈਕਸਟ ਨਿਊਟਨ ਦੇ ਲਾ ਆਫ ਮੋਸ਼ਨ ਦਿੱਤੇ ਹੋਏ ਨੇ ਆਪਾਂ ਨੂੰ। ਲਾ 1 ਕੀ ਕਹਿੰਦਾ ਆਪਾਂ ਨੂੰ? ਐਵਰੀ ਬੋਡੀ ਕੰਟੀਨਿਊ ਇਨ ਇਟਸ ਸਟੇਟ ਆਫ ਰੈਸਟ, ਮਤਲਬ ਐਵਰੀ ਬੋਡੀ ਕੰਟੀਨਿਊ ਰਹਿੰਦੀ ਆ, ਚੱਲਦੀ ਰਹਿੰਦੀ ਆ ਲਗਾਤਾਰ ਇਨ ਇਟਸ ਸਟੇਟ ਆਫ ਰੈਸਟ ਦੇ ਵਿੱਚ, ਔਰ ਆਫ ਯੂਨੀਫਾਰਮ ਮੋਸ਼ਨ ਇਨ ਆ ਸਟੇਟ ਲਾਈਨ। ਫਸਟ ਲਾ ਆਪਾਂ ਨੂੰ ਦੱਸਦਾ ਗਾ। ਓਕੇ, ਨੈਕਸਟ ਆ ਫੋਰਸ ਔਨ ਦਾ ਪਾਰਟੀਕਲ ਆਫ ਗਿਵਨ ਸਿਸਟਮ ਇਜ਼ ਐਨ ਇੰਟਰਨਲ ਫੋਰਸ ਹੋਊਗੀ, ਕਹਿੰਦੇ ਵੈਨ ਇਟ ਇਜ਼ ਐਕਸਟੈਂਡਡ ਬਾਏ ਅਨਦਰ ਪਾਰਟੀਕਲ ਆਫ ਸਿਸਟਮ, ਅਦਰਵਾਈਜ਼ ਇਹ ਕਿਹੜੀ ਫੋਰਸ ਹੋਊਗੀ? ਐਕਸਟਰਨਲ ਫੋਰਸ। ਦਾ ਫਸਟ ਲਾ ਕੀ ਸਟੇਟ ਕਰ ਰਿਹਾ ਆਪਾਂ ਨੂੰ? ਇੰਟਰਨਲ ਫੋਰਸ ਆਫ ਆ ਬਾਡੀ ਡੂ ਨਾਟ ਅਲਟਰ ਯੂਨੀਫਾਰਮ ਮੋਸ਼ਨ ਇਨ ਆ ਸਟੇਟ ਲਾਈਨ ਐਂਡ ਦੈਟ ਦਾ ਕੇਸ ਆਫ ਚੇਂਜ ਇਨ ਮੋਸ਼ਨ ਮਸਟ ਵੀ ਐਕਸਟਰਨਲ, ਮਤਲਬ ਜੋ ਵੀ ਕਿਸੇ ਵੀ ਥਿੰਗ ਦੇ ਵਿੱਚ ਚੇਂਜ ਹੋ ਰਹੇ ਆ ਉਹਦੇ ਵਿੱਚ ਐਕਸਟਰਨਲ ਚੇਂਜ ਹੋਣਗੇ। ਫਸਟ ਲਾ ਦੇ ਅਕੋਰਡਿੰਗ ਇੰਟਰਨਲ ਫੋਰਸ ਉਸ ਦੇ ਉੱਪਰ ਕੋਈ ਚੇਂਜ ਨਹੀਂ ਕਰੂਗੀ। ਨੈਕਸਟ ਪ੍ਰਿੰਸੀਪਲ ਆਫ ਇੰਟੀਰੀਆ ਆ ਬੋਡੀ ਹੈਜ਼ ਨੋ ਟੈਂਡੈਂਸੀ, ਕਹਿੰਦੇ ਬੋਡੀ ਕੋਲ ਕੋਈ ਟੈਂਡੈਂਸੀ ਨਹੀਂ ਹੁੰਦੀ ਗੀ ਵੀ ਉਹ ਕੀ ਆ ਆਪਾਂ ਨੂੰ ਚੇਂਜ ਕਰ ਸਕੇ ਸਾਈਜ਼ ਨੂੰ ਜਾਂ ਫਿਰ ਮੋਸ਼ਨ ਦੇ ਵਿੱਚ ਆ ਸਕੇ। ਇਹ ਫ੍ਰੀ ਹੁੰਦੀ ਹੈ ਕਹਿੰਦੇ ਹਰੇਕ ਐਕਸ਼ਨ ਆਫ ਐਕਸਟਰਨਲ ਫੋਰਸ ਤੋਂ। ਨੈਕਸਟ ਸੈਕਿੰਡ ਲਾ ਆਪਾਂ ਨੂੰ ਕੀ ਦੱਸਦਾ? ਦਾ ਰੇਟ ਆਫ ਚੇਂਜ ਆਫ ਮੂਮੈਂਸ਼ਨ = ਮੂਮੈਂਸ਼ਨ, ਮਤਲਬ ਕੀ ਹੋਊਗੀ? M ਤੇ V ਇਜ਼ ਪ੍ਰਪੋਰਸ਼ਨਲ ਹੋਊਗੀ ਟੂ ਇੰਪਰੈਸਡ ਫੋਰਸ ਦੇ, ਮਤਲਬ ਜੋ ਫੋਰਸ ਇੰਪਰੈਸਡ ਹੋ ਰਹੀ ਹੈ, ਮਤਲਬ ਜੋ ਉਸ ਵਿੱਚ ਚੇਂਜ ਆਇਆ ਉਸ ਫੋਰਸ ਦੇ ਪ੍ਰਪੋਰਸ਼ਨਲ ਹੋਊਗੀ। ਟੇਕਸ ਪਲੇਨ ਇਨ ਡਾਇਰੈਕਸ਼ਨ ਆਫ ਸਟੇਟ ਲਾਈਨ ਇਨ ਵਿਚ ਫੋਰਸ ਐਕਟ। ਨੈਕਸਟ ਥਰਡ ਲਾ ਕੀ ਦੱਸੂਗਾ ਆਪਾਂ ਨੂੰ? ਟੂ ਐਵਰੀ ਐਕਸ਼ਨ ਦੇਅਰ ਕਰੋਸਪੌਂਸ ਟੂ ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ, ਮਤਲਬ ਕੀ ਹੈ? ਜਿਸ ਵੀ ਆਪਾਂ ਕਿਸੇ ਵੀ ਫੋਰਸ ਦੇ ਉੱਪਰ ਆਪਾਂ ਕੋਈ ਐਕਸ਼ਨ ਕਰ ਰਹੇ ਹਾਂ ਤਾਂ ਥਰਡ ਲਾ ਕਹਿੰਦਾ ਗਾ ਵੀ ਉਸ ਦੇ ਇਕੁਅਲ ਤੇ ਓਪੋਜ਼ਿਟ ਆਪਣੇ ਰਿਐਕਸ਼ਨ ਵੀ ਹੋਣਗੇ। ਨੈਕਸਟ ਵਾਲਾ ਟਰਾਂਸਮਿਲਿਟੀ ਵਾਲਾ ਇੱਕ ਵਾਰ ਪੜ੍ਹ ਲਿਓ ਤੁਸੀਂ, ਫੋਰਸ ਆਫ ਸਿਸਟਮ ਵਾਲਾ ਵੀ ਪੜ੍ਹ ਲਿਓ, ਸਮਝਾਉਣ ਵਾਲਾ ਹੈ ਨਹੀਂ ਇਹਦੇ 'ਚ ਕੁਛ ਵੀ। ਜਿੱਦਾਂ ਕੋਪਲੈਨਰ ਫੋਰਸ ਕਿਹਨੂੰ ਕਿਹਾ ਜਾਂਦਾ? ਜਦੋਂ ਫੋਰਸ ਇੱਕ ਪੁਆਇੰਟ ਦੇ ਉੱਪਰ ਐਕਟ ਕਰਦੀ ਆ ਪਲੇਨ ਦੇ, ਨੋਨ ਕੋਪਲੈਨਰ ਦੇ ਵਿੱਚ ਇੱਕ ਤੇ ਨਹੀਂ ਲਾਈਕ ਕਰੇਗੀ। ਉਸੇ ਤਰ੍ਹਾਂ ਕੋਲੀਨੀਅਰ ਕਨਕੂਰੈਂਟ ਫੋਰਸ ਵਾਲਾ ਹੋ ਜਾਏਗਾ। ਇਹ ਤੁਸੀਂ ਇੱਕ ਵਾਰ ਰੀਡ ਕਰ ਲੈਣਾ, ਅਗਰ ਨਾ ਪਤਾ ਲੱਗਿਆ ਤਾਂ ਬੇਟਾ ਪੁੱਛ ਲੈਣਾ। ਓਕੇ, ਥੈਂਕ ਯੂ।